हाँ जी बेटा, ये नैक्सट अपना जिहड़ा हैगा ऑब्जैक्टिव्स ऑफ रिग्रैशन एनालाइसिस है। ऑब्जैक्टिव्स ऑफ रिग्रैशन ਦੇ ਵਿੱਚ ਕੀ ਹੈਗਾ ਕਿ ਜਿਵੇਂ ਫੋਰਕਾਸਟਿੰਗ ਪ੍ਰੈਡਿਕਸ਼ਨ, ਇਹਦੇ ਵਿੱਚ ਕੀ ਆਪਾਂ ਪਹਿਲਾਂ ਤੋਂ ਹੀ ਦੱਸ ਸਕਦੇ ਹੈਗੇ ਕਿ ਮੋਸਟ ਪ੍ਰੈਡਿਕਸ਼ਨ ਆਪਾਂ ਜਿਵੇਂ ਕਿਸੇ ਵੀ ਚੀਜ਼ ਬਾਰੇ ਕਰ ਸਕਦੇ ਹਾਂ ਕਿ ਰਿਗਰੈਸ਼ਨ ਐਨਾਲਾਈਸਿਸ ਨੂੰ ਇਸ ਟੂ ਪ੍ਰੈਡਿਕਟ ਵਾਸਤੇ ਯੂਜ਼ ਕੀਤਾ ਜਾਂਦਾ ਹੈ ਕਿ ਜੇ ਆਪਾਂ ਨੂੰ ਕੋਈ ਵੀ ਇੰਡੀਪੈਂਡੈਂਟ ਵੇਰੀਏਬਲ ਬਾਰੇ ਜੇ ਆਪਾਂ ਨੂੰ ਪਤਾ ਹੈ ਤਾਂ ਆਪਾਂ ਡਿਪੈਂਡੈਂਟ ਵੇਰੀਏਬਲ ਬਾਰੇ ਪ੍ਰੈਡਿਕਟ ਇੱਥੇ ਕਰ ਸਕਦੇ ਹਾਂ। ਇਸ ਟੂ ਪ੍ਰੈਡਿਕਟ ਔਰ ਐਸਟੀਮੇਟ ਦਾ ਵੈਲਿਊ ਆਫ ਦਾ ਡਿਪੈਂਡੈਂਟ ਵੇਰੀਏਬਲ ਕੋਰਸਪੋਂਡਿੰਗ ਟੂ ਐਨੀ ਵੈਲਿਊ ਆਫ ਦਾ ਇੰਡੀਪੈਂਡੈਂਟ ਵੇਰੀਏਬਲ। ਮੀਨਸ ਜਿਵੇਂ ਕੀ ਹੈਗਾ ਆਪਾਂ ਨੂੰ ਪਤਾ ਹੈ ਕਿ ਕਿਸੇ ਚੀਜ਼ ਦੀ ਪ੍ਰਾਈਸ ਵੱਧ ਰਹੀ ਹੈਗੀ, ਠੀਕ ਹੈ, ਤਾਂ ਜਾਂ ਆਪਾਂ ਨੂੰ ਪਤਾ ਹੈ ਕਿ ਕਿਸੇ ਚੀਜ਼ ਦੀ ਪ੍ਰਾਈਸ ਘਟ ਰਹੀ ਹੈ ਤਾਂ ਉਹਦੀ ਡਿਮਾਂਡ ਕੀ ਹੈ ਹੁਣ ਵਧਣ ਵਾਲੀ ਹੈਗੀ, ਤਾਂ ਆਪਾਂ ਕੀ ਉਹਦੀ ਪਹਿਲਾਂ ਤੋਂ ਹੀ ਜਿਹੜੀ ਹੈਗੀ ਪ੍ਰੋਡਕਸ਼ਨ ਨੂੰ ਵਧਾ ਸਕਦੇ ਹੈਗੇ। ਇਸ ਤਰ੍ਹਾਂ ਪ੍ਰੈਡਿਕਸ਼ਨ ਜਿਹੜੀ ਹੈਗੀ ਆਪਾਂ ਕਿਸੇ ਚੀਜ਼ ਬਾਰੇ ਕਰ ਸਕਦੇ ਹਾਂ। ਸਟੱਡੀ ਆਫ ਕੋਜ਼ ਐਂਡ ਇਫੈਕਟ ਰਿਲੇਸ਼ਨਸ਼ਿਪ ਬਾਰੇ ਜਿਹੜਾ ਹੈਗਾ ਆਪਾਂ ਪੜ੍ਹ ਸਕਦੇ ਹਾਂ। ਸਿੰਸ ਮੋਸਟ ਆਫ ਆਵਰ ਪ੍ਰੋਬਲਮਸ ਆਰ ਦਾ ਰਿਜ਼ਲਟ ਆਫ ਕੋਜ਼ ਐਂਡ ਇਫੈਕਟ ਰਿਲੇਸ਼ਨਸ਼ਿਪ ਹੈ, ਤਾਂ ਆਪਾਂ ਇਸ ਦੇ ਥਰੂ ਆਪਾਂ ਜਿਹੜਾ ਹੈਗਾ ਜੇ ਆਪਾਂ ਨੂੰ ਇਸ ਚੀਜ਼ ਬਾਰੇ ਪਹਿਲਾਂ ਹੀ ਪਤਾ ਹੋਵੇ ਕਿ ਇਸ ਚੀਜ਼ ਨਾਲ ਆਹ ਕਾਰਨ ਹੋ ਸਕਦਾ ਤਾਂ ਆਪਾਂ ਪੜ੍ਹ ਸਕਦੇ ਹਾਂਗੇ। ਹੈਲਪਫੁਲ ਇਨ ਪਲੈਨਿੰਗ ਐਂਡ ਡਿਸੀਜ਼ਨ ਐਂਡ ਪੋਲਿਸੀ ਮੇਕਿੰਗ ਦੇ ਵਿੱਚ, ਕੋਈ ਵੀ ਡਿਸੀਜ਼ਨ ਲੈਣ ਦੇ ਵਿੱਚ ਜਾਂ ਪੋਲਿਸੀ ਫਿਊਚਰ ਵਾਸਤੇ ਬਣਾਉਣ ਦੇ ਵਿੱਚ ਇਹ ਆਪਾਂ ਨੂੰ ਇਹ ਹੈਲਪ ਕਰ ਸਕਦੇ ਜੇ ਆਪਾਂ ਨੂੰ ਮੀਨਸ ਪਹਿਲਾਂ ਹੀ ਪਤਾ ਹੋਵੇ ਕਿ ਇਸ ਕਾਰਨ ਨਾਲ ਆਹ ਚੀਜ਼ ਇਸ ਤਰ੍ਹਾਂ ਦਾ ਇਫੈਕਟ ਪਏਗਾ ਤਾਂ ਆਪਾਂ ਉਸ ਚੀਜ਼ ਬਾਰੇ ਪਹਿਲਾਂ ਹੀ ਪਲੈਨਿੰਗ ਕਰ ਸਕਦੇ ਅਤੇ ਉਸ ਤਰ੍ਹਾਂ ਦੀਆਂ ਪੋਲਿਸੀਜ਼ ਜਿਹੜੀਆਂ ਹੈਗੀਆਂ ਬਣਾ ਸਕਦੇ। ਕੋਈ ਵੀ ਸੋਸ਼ਲ ਅਤੇ ਇਕਨੋਮਿਕ ਨੇਚਰ ਦੀਆਂ ਪੋਲਿਸੀਜ਼ ਬਣਾਉਣ 'ਚ ਹੈਲਪ ਕਰਦਾ। ਟੈਸਟਿੰਗ ਆਫ ਇਕੋਨੋਮਿਕ ਥਿਊਰੀਜ਼ ਜਿਹੜੀਆਂ ਹੁੰਦੀਆਂ ਹੈਗੀਆਂ ਉਹ ਇਸੇ ਰਿਗਰੈਸ਼ਨ ਐਨਾਲਿਸਿਸ ਦੇ ਥਰੂ ਹੀ ਉਹਨਾਂ ਨੂੰ ਟੈਸਟ ਕੀਤਾ ਜਾਂਦਾ ਹੈ ਅਤੇ ਯੂਜ਼ਫੁਲ ਇਨ ਇਕਨੋਮਿਕਸ ਅਤੇ ਕਮਰਸ ਦੇ ਵਿੱਚ ਇਹ ਸਭ ਤੋਂ ਜ਼ਿਆਦਾ, ਜਿਵੇਂ ਕਿ ਬਿਜ਼ਨਸ ਦੇ ਵਿੱਚ ਪ੍ਰੋਡਕਸ਼ਨ, ਸੇਲ, ਇਨਵੈਸਟਮੈਂਟ, ਐਡਵਰਟਾਈਜ਼ਮੈਂਟ ਦੇ ਵਿੱਚ ਸਭ ਤੋਂ ਜ਼ਿਆਦਾ ਇਸੇ ਚੀਜ਼ ਨੂੰ ਜਿਹੜਾ ਹੈਗਾ ਯੂਜ਼ ਕੀਤਾ ਜਾਂਦਾ ਹੈ। ਉਸ ਤੋਂ ਬਾਅਦ ਆਪਣੇ ਕੋਲ ਬੇਟਾ ਆ ਜਾਂਦਾ ਹੈਗਾ ਰਿਗਰੈਸ਼ਨ ਲਾਈਨਸ ਆ ਜਾਂਦੀਆਂ ਹੈਗੀਆਂ। ਰਿਗਰੈਸ਼ਨ ਲਾਈਨਸ ਮੀਨਸ ਪ੍ਰੈਕਟੀਕਲੀ ਹੁਣ ਆਪਾਂ ਦੱਸਾਂਗੇ ਕਿ ਸਮਸ ਨੂੰ ਕਿਸ ਤਰ੍ਹਾਂ ਜਿਹੜਾ ਹੈਗਾ ਰਿਗਰੈਸ਼ਨ ਸਮਸ ਨੂੰ ਸੋਲਵ ਕੀਤਾ ਜਾਂਦਾ ਹੈ, ਤਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ। ਮੈਂ ਤੁਹਾਨੂੰ ਬਾਰ-ਬਾਰ ਦੱਸ ਰਹੀ ਹਾਂ ਕਿ ਇਹਦੇ ਵਿੱਚ ਆਪਣੇ ਕੋਲ ਦੋ ਵੇਰੀਏਬਲਸ ਹੁੰਦੇ ਆ ਮੇਨਲੀ। ਇੱਕ ਆਪਣੇ ਕੋਲ ਇੰਡੀਪੈਂਡੈਂਟ ਵੇਰੀਏਬਲ ਹੁੰਦਾ, ਇੱਕ ਆਪਣੇ ਕੋਲ ਡਿਪੈਂਡੈਂਟ ਵੇਰੀਏਬਲ ਹੁੰਦਾ ਹੈਗਾ, ਠੀਕ ਹੈ। ਤਾਂ ਇਸ ਚੀਜ਼ ਦਾ ਧਿਆਨ ਰੱਖਣਾ ਬੇਟਾ। ਜਿਹੜਾ ਹੁਣ ਦੇਖੋ ਜੇ ਆਪਾਂ ਐਕਸ ਇੰਡੀਪੈਂਡੈਂਟ ਵੇਰੀਏਬਲ ਲੈ ਰਹੇ ਹਾਂ ਤਾਂ ਵਾਈ ਡਿਪੈਂਡੈਂਟ ਵੇਰੀਏਬਲ ਲੈ ਰਹੇ ਹਾਂ, ਤਾਂ ਆਪਣੇ ਕੋਲ ਜੋ ਲਾਈਨ ਹੈਗੀ ਵੀ ਗੈਟ ਦਾ ਰਿਗਰੈਸ਼ਨ ਲਾਈਨ ਆਫ ਵਾਈ ਔਨ ਐਕਸ, ਤਾਂ ਇੱਥੇ ਆਪਣੇ ਕੋਲ ਜੋ ਲਾਈਨ ਹੈਗੀ ਉਹ ਕੀ ਆਏਗੀ ਵਾਈ ਔਨ ਐਕਸ ਆਏਗੀ, ਕਿਉਂਕਿ ਵਾਈ ਕੀ ਹੈ ਐਕਸ 'ਤੇ ਡਿਪੈਂਡੈਂਟ ਹੈ, ਠੀਕ ਹੈ। ਇਸ ਚੀਜ਼ ਨੂੰ ਬੇਟਾ ਤੁਸੀਂ ਕਿਸ ਤਰ੍ਹਾਂ ਪੜ੍ਹਨਾ ਹੈਗਾ ਵਾਈ ਔਨ ਐਕਸ, ਬਿਕੋਜ਼ ਵਾਈ ਇਜ਼ ਡਿਪੈਂਡੈਂਟ ਔਨ ਐਕਸ, ਕਿਉਂਕਿ ਵਾਈ ਐਕਸ 'ਤੇ ਡਿਪੈਂਡ ਹੈ ਤਾਂ ਵੀ ਹੈਵ ਦਾ ਰਿਗਰੈਸ਼ਨ ਲਾਈਨ ਵਾਈ ਔਨ ਐਕਸ। ਵੈਨ ਵਾਈ ਇਜ਼ ਇੰਡੀਪੈਂਡੈਂਟ ਐਂਡ ਐਕਸ ਇਜ਼ ਡਿਪੈਂਡੈਂਟ ਵੀ ਹੈਵ ਦਾ ਰਿਗਰੈਸ਼ਨ ਲਾਈਨ x on y, because x is dependent on y. We have two types of regression lines. First is y on x and second is x on y. क्लीयर। ਤਾਂ ਮੀਨਸ ਜੋ ਫਸਟ ਜਿਹੜੀ ਮੀਨਸ ਅੱਗੇ ਹੋਏਗੀ ਉਹ ਕੀ ਹੋਏਗੀ ਦੂਸਰੇ 'ਤੇ ਡਿਪੈਂਡੈਂਟ ਹੋਏਗੀ। ਮੀਨਸ ਐਕਸ ਔਨ ਵਾਈ ਮੀਨਸ ਐਕਸ ਇਜ਼ ਡਿਪੈਂਡੈਂਟ ਔਨ ਵਾਈ, ਤਾਂ ਮੀਨਸ ਐਕਸ ਡਿਪੈਂਡੈਂਟ ਵੇਰੀਏਬਲ ਹੋ ਗਿਆ, ਵਾਈ ਇੰਡੀਪੈਂਡੈਂਟ ਵੇਰੀਏਬਲ ਹੋ ਗਿਆ। ਜੇ ਵਾਈ ਔਨ ਐਕਸ ਹੈ ਮੀਨਸ ਵਾਈ ਇਜ਼ ਡਿਪੈਂਡੈਂਟ ਔਨ ਐਕਸ, ਵਾਈ ਡਿਪੈਂਡੈਂਟ ਵੇਰੀਏਬਲ ਹੈ, ਐਕਸ ਆਪਣੇ ਕੋਲ ਲੈ ਕੇ ਇੰਡੀਪੈਂਡੈਂਟ ਵੇਰੀਏਬਲ ਹੈ। ਇਸ ਤਰ੍ਹਾਂ ਤੁਸੀਂ ਇਹਨੂੰ ਯਾਦ ਰੱਖਣਾ ਹੈਗਾ ਰਿਗਰੈਸ਼ਨ ਲਾਈਨਸ ਨੂੰ, ठीक है। एक का रिजल्ट याद है इफ देयर एग्जिस्ट आइदर परफेक्ट पॉजिटिव और परफेक्ट नेगेटिव कोरिलेशन बिटवीन टू वेरिएबल्स एक्स एंड वाई, द टू लाइन्स ऑफ रिग्रेशनस की होणगियां अपने कोले कोइंसाइड होणगियां। उस तो बाद अपने कोले जिहड़ा हैगा बेटा टाइप्स आ जांदियां हैगियां। अपने कोले टाइप है डिटरमिनेशन ऑफ रिग्रेशन लाइन्स यूजिंग द मैथड ऑफ लीस्ट स्क्वेयर्स, ठीक है। ये अपना जिहड़ा हैगा सिलेबस का मेन पार्ट आ जाता है जिन्होंने यूज़ करके आपने रिग्रेशन लाइन्स फाइंड आउट करना है। डिटरमिनेशन ऑफ रिग्रेशन लाइन्स आपने कढ़नी है यूजिंग द मैथड ऑफ लीस्ट स्क्वेयर। लीस्ट स्क्वेयर मैथड का यह फार्मूला है। तो फस्ट तुसी बेटा ये याद रखनी हैगी दोनों तरह दी लाइन्स बारे मैं तुहानूं दसांगी। फस्ट वाई ऑन एक्स, वाई ऑन एक्स मीनस की है वाई इज़ डिपेंडेंट ऑन एक्स। जो वाई की है एक्स से डिपेंडेंट है तो अपने को रिग्रेशन लाइन किस तरह की होएगी वाई इज इक्वल टू ए प्लस बी एक्स टाइप होएगी, ठीक है।
फस्ट लाइन जिहड़ी हैगी वो किस तरह की होएगी, y इज इक्वल टू a प्लस बी एक्स टाइप होएगी। इनू टिक कर लेना बेटा तुसी इत्थों। वैन y इज़ डिपेंडेंट ऑन x तो फस्ट जी रिग्रैशन लाइन वो किस तरह की होएगी, y इज इक्वल टू a प्लस बी एक्स। इनू इत्थों टिक कर लेना। आह बेटा जिहड़ा हैगा विच टाइप्स आह आर्टिकल वगैरह इनू करन दी लोड़ नहीं हैगी, आपां सीधे रिजल्ट्स जिहड़े हैगे उन्हां नू यूज़ करांगे। क्लीयर। तो लाइन जी हैगी वो अपने को इस तरह की होएगी जी मैं तुहानू पिछे दसी है। तो उस तो अपने को नॉर्मल इक्वेशनस जिहड़ियां बननगियां वो किस तरह दियां बननगियां जिन्होंने आप सॉल्व करके वो लाइन जी हैगी फाइंड आउट करांगे। वो नॉर्मल इक्वेशनस हैगियां अपने को सिग्मा वाई इज इक्वल टू एन ए प्लस बी सिग्मा एक्स तो सिग्मा एक्स वाई इज इक्वल टू ए सिग्मा एक्स प्लस बी सिग्मा एक्स स्क्वायर। ये तुसी याद करनी है दोने। देखो जो वाई ऑन एक्स है इत्थे देखो वाई ऑन एक्स मीनस वाई की है एक्स ते डिपेंडेंट है, वाई इज़ डिपेंडेंट ऑन एक्स। तो तुसी की है वैल्यू जी है फाइंड आउट करनी है वाई ऑन एक्स। तो इक्वेशन तुहाडे कोले की हो जाएगी बेटा y इज इक्वल टू ए प्लस बी एक्स। सिंपल है तो सौखी है। आप हुण ए ते बी दी वैल्यूज़ फाइंड आउट करनी है। ए ते बी दी वैल्यूज़ आप कितों फाइंड आउट करने, दिस नॉर्मल इक्वेशनस तो फाइंड आउट करांगे। क्योंकि देखो सिग्मा वाई सिग्मा एक्स एक्स वाई एक्स स्केयर इन्हां दी वैल्यूज़ तो आपां जो डाटा गिवन होएगा आप उत्थों कढ लवांगे, तुहानूं आउंदियां ही कढणियां है ना। इत्थों ए ते बी दी वैल्यूज़ आप कैलकुलेट करांगे। वो कैलकुलेट करके उस पुट करके अपने को जी हैगी आह इक्वेशन वाई इज इक्वल टू ए प्लस बी एक्स। ठीक है ना, ये वाली इक्वेशन है ना अपने को वाई इज इक्वल टू ए प्लस बी एक्स। ये आप पुट करके ए ते बी दी अपने को की है रिग्रैशन लाइन बन जाएगी वाई ऑन एक्स। क्लीयर। ये आप सम करेंगे उत्थे तो ज़्यादा क्लीयर हो जाएगा। तो तुसीं आप दोनों लाइनस नॉर्मल इक्वेशन जिहड़ियां ये याद रखनी है। याद किवें करना, देखो जो वाई ऑन एक्स है तो वाई इधरली साइड सिग्मा वाई इज इक्वल टू एन ए प्लस बी सिग्मा एक्स। ठीक है, सौखा ही है ना। ये जे तुसीं इहदे नाल ही कंपैरिजन करो तो सिग्मा वाई इहदे नाल एन लगा दिता, एन नंबर ऑफ टर्म्स प्लस बी सिग्मा एक्स लगा दिता। फिर क्लीयर। अदू अगली दे विच तुसीं करना इस नाल ही फिर सिग्मा एक्स वाई ए बाहर सिग्मा एक्स प्लस बी सिग्मा एक्स स्केयर का डबल कर दिता, एन चला गया अपने को सिग्मा एक्स। ठीक है, ये दोनों इक्वेशनस जिहड़ियां हैगियां इन्हां नूं तुसीं याद कर लेना है। उस तो बाद जी हैगी है ये तो तुहाडियां हैगियां सी नॉर्मल इक्वेशनस। उस तो बाद तुसी रिग्रैशन कोफिशिएंट भी याद रखना है। रिग्रैशन कोफिशिएंट का फार्मूला होंदा है ऑफ वाई ऑन एक्स इज डिनोटेड बाय, इनू आप बी वाई एक्स नाल डिनोट करते हैं एन सिग्मा एक्स वाई माइनस सिग्मा एक्स सिग्मा वाई अपॉन एन सिग्मा एक्स स्केयर माइनस सिग्मा एक्स का होल स्केयर। ठीक है, ये वाई ऑन एक्स दा वाई ऑन एक्स का जिहड़ा हैगा रिग्रैशन कोफिशिएंट इनू आप बी वाई एक्स नाल डिनोट करांगे। सौखा ही है, एन सिग्मा एक्स वाई माइनस सिग्मा एक्स सिग्मा वाई अपॉन एन सिग्मा एक्स स्केयर माइनस सिग्मा एक्स का होल स्केयर। मैं स्टैंडर्ड डिवीजन पिछे करके आए सीगे, उसी तरीके का ये फार्मूला है। क्लीयर। तो इस तो आप दूसरा भी एक तरीका याद करना है। ये कुछ होर फार्मूलाज भी है बी वाई एक्स दे अपने को जिहड़े है। एक तो तुहानूं हुणे दसिया ही है, इनू आप जे बाय मीन भी कढ़ना होवे। ठीक है, जे मीन तो कढ़ना होवे तो एक्स सिग्मा एक्स माइनस मीन इंटू वाई माइनस मीन अपॉन सिग्मा एक्स माइनस मीन द स्केयर। क्लीयर। जे आपां नूं कोवेरियंस गिवन है तो उत्थों आप कर सकते हैं कोवेरियंस ऑफ एक्स वाई अपॉन सिग्मा एक्स स्केयर, या फिर जे आपां नूं स्टैंडर्ड डिविजन्स गिवन है आर सिग्मा वाई अपॉन सिग्मा एक्स, इस तरीके नाल भी कर सकते हैं। सारे फार्मूले की है तुहाडे कोले बी वाई एक्स दे, ये फार्मूले तुसीं याद करने बेटा। दीज आर द फार्मूलाज फॉर द रिग्रैशन कोफिशिएंट ऑफ वाई ऑन एक्स। ये सीगा सारा कुछ वाई ऑन एक्स वास्ते। नैक्सट है रिग्रैशन लाइन ऑफ सिमिलरली एक्स ऑन वाई। ठीक है, रिग्रैशन लाइन ऑफ एक्स ऑन वाई। ठीक है, एक्स ऑन वाई वास्ते अपने को जी लाइन है पहला तो वो देखो। हम देखो एक्स ऑन वाई वास्ते कर रहे हैं तो एक्स लैफ्ट हैंड साइड पर आ जाएगा इज इक्वल टू ए डैश प्लस बी डैश वाई। सेम उस तरीके नाल ही है, जो ऊपर वाले याद हो गए तो नीचे वाले भी होंगे। बस एक्स की जगह तो वाई आ जाएगा, हुण वाई की जगह तो एक्स आ जाएगा। तो एक्स की जगह तो लिखो सिग्मा एक्स एन ए डैश प्लस बी डैश सिग्मा वाई, फिर सिग्मा एक्स वाई ए डैश सिग्मा वाई प्लस बी डैश सिग्मा वाई स्केयर। ओके, उस तो बाद रिग्रैशन कोफिशिएंट ऑफ एक्स ऑन वाई
ਇਹਨੂੰ ਬੀ ਐਕਸ, ਪਹਿਲਾਂ ਬੀ ਵਾਈ ਐਕਸ ਸੀਗਾ, ਹੁਣ ਐਕਸ ਔਨ ਵਾਈ ਹੈ ਤਾਂ ਐਕਸ ਅੱਗੇ ਐਕਸ ਵਾਈ ਇਜ਼ ਇਕੁਅਲ ਟੂ एन सिग्मा एक्स वाई माइनस सिग्मा एक्स सिग्मा वाई, ऊपर वाला तो सेम ही है, नीचे वाई आ जाएगा एक्स की जगह तो एन सिग्मा वाई स्केयर माइनस सिग्मा वाई का होल स्केयर। जे मीन तो कढ़ रहे हैं तो एन सिग्मा एक्स माइनस मीन इंटू वाई माइनस मीन अपॉन सिग्मा वाई माइनस मीन का स्केयर। जे कोवेरियंस गिवन है तो कोवेरियंस ऑफ एक्स वाई अपॉन सिग्मा वाई का स्केयर। जे अपन कोरिलेशन गिवन है तो आर सिग्मा एक्स अपन। ये सारे फार्मूलाज बेटा तुसी याद करने हैं, ये अकॉर्डिंग जो है आप रिग्रेशन लाइनस कढ़ांगे। तो एग्जाम्पल करवानी है, ईजिली समझ आएगी, बहुत सौखी एग्जाम्पल है। फर्स्ट एग्जाम्पल बाय द मैथड ऑफ लीस्ट स्केयर, देखो लिखा होएगा लीस्ट स्केयर मैथड तो दसिया सीगा, इसे पिछले जो मैथड है इस यूज़ करके स्ट्रेट लाइन दैट बेस्ट फिट्स द फॉलोइंग डाटा। ठीक है, स्ट्रेट लाइन इक्वेशन की अपने वैल्यू फाइंड आउट करनी है, एक्स ते वाई दी वैल्यूज गिवन है। लैट द स्ट्रेट लाइन जी हैगी क्योंकि देखो स्ट्रेट लाइन विच इज़ बेस्ट फिट टू द गिवन डाटा बी। ਹੁਣ ਇਹਦੇ ਵਿੱਚ ਆਪਾਂ ਨੂੰ ਜਿਹੜੀ ਹੈਗੀ ਉਹ ਇਹਨਾਂ ਨੇ ਕੁਝ ਵੀ ਨਹੀਂ ਕਿਹਾ ਹੈਗਾ, ਤਾਂ ਆਪਾਂ ਵਾਈ ਓਨ ਐਕਸ ਹੈਗਾ ਆਪਣੀ ਤਰਫ ਤੋਂ ਕਰ ਲੈਂਦੇ ਆ, ਵਾਈ ਓਨ ਐਕਸ ਕੱਢ ਲੈਂਦੇ ਹੈਗੇ। ਠੀਕ ਹੈ, ਵਾਈ ਓਨ ਐਕਸ ਕੱਢਾਂਗੇ ਤਾਂ ਵੈਲਿਊਜ਼ ਆਫ ਏ ਐਂਡ ਬੀ ਆਰ ਓਬਟੇਨਡ ਵਾਈ ਇਜ਼ ਇਕੁਅਲ ਟੂ ਏ ਪਲਸ ਬੀ ਐਕਸ, ਹੁੰਦੇ ਆਪਾਂ ਨੂੰ ਪਤਾ ਹੀ ਹੈਗਾ ਕਲੀਅਰ। ਤਾਂ ਵਾਈ ਇਜ਼ ਇਕੁਅਲ ਟੂ ਏ ਪਲਸ ਬੀ ਐਕਸ ਹੋ ਗਿਆ, ਤਾਂ ਇਹਦਾ ਜਿਹੜਾ ਦੋਨੋਂ ਆਹ ਲਾਈਨਸ ਹੋ ਗਿਆ ਨੋਰਮਲ ਇਕੁਏਸ਼ਨਸ ਲਿਖ ਲਿਆ। ਸਿਗਮਾ ਵਾਈ ਇਜ਼ ਇਕੁਅਲ ਟੂ ਐਨ ਏ ਪਲਸ ਬੀ सिग्मा एक्स तो सिग्मा एक्स वाई इज इक्वल टू ए सिग्मा एक्स प्लस बी सिग्मा एक्स स्केयर। देखो ये वास्ते आ एक्स भी गिवन आ वाई भी गिवन आ, अपन एक्स स्केयर तो एक्स वाई दी वैल्यूज चाहिए, तो एक्स स्केयर अपने टेबल बना लेता, एक्स स्केयर तो एक्स वाई लिख लिया, इन्हों प्लस कर दिता गया सारिया वैल्यूज ने अपन सैकेंड तो थर्ड इक्वेशन पुट करके ए तो बी नू सॉल्व कर लिया। फस्ट इक्वेशन अपन ने की किया गया 3 नाल मल्टीप्लाई करके, ਇਹਨੂੰ ਤੁਸੀਂ 3 ਨਾਲ ਮਲਟੀਪਲਾਈ ਕਰਕੇ ਸਬਟਰੈਕਟ ਕਰ ਦਿਓ ਤਾਂ ਤੁਹਾਡੇ ਕੋਲੇ ਜਿਹੜਾ ਹੈਗਾ ਏ ਦੀ ਵੈਲਿਊ 0 ਆ ਜਾਏਗੀ ਤੇ ਬੀ ਦੀ ਵੈਲਿਊ 13.6 ਆ ਗਈ। ਏ ਤੇ ਬੀ ਦੀਆਂ ਵਾਲੀਆਂ ਵੈਲਿਊਜ਼ ਤੁਸੀਂ ਆਹ ਵਾਲੀ ਇਕੁਏਸ਼ਨ 'ਚ ਪੁੱਟ ਕਰ ਦਿੱਤੀ ਤਾਂ y ਇਜ਼ ਇਕੁਅਲ ਟੂ 13.6 ਇਹ ਤੁਹਾਡੇ ਕੋਲੇ ਜਿਹੜੀ ਹੈਗੀ ਇਕੁਏਸ਼ਨ ਆ ਜਾਏਗੀ। ਠੀਕ ਹੈ, ਸਟ੍ਰੇਟ ਲਾਈਨ ਦੀ। ਓਕੇ, ਇਸ ਤਰ੍ਹਾਂ ਸਿੰਪਲ ਹੈ ਬੇਟਾ, ਈਜ਼ੀ ਹੈ ਨਾ। ਤੁਸੀਂ ਜਸਟ ਕਿਉਂਕਿ ਇਕੱਲੀ ਸਟ੍ਰੇਟ ਲਾਈਨ ਦੀ ਇਕੁਏਸ਼ਨ ਹੀ ਫਾਈਂਡ ਆਊਟ, ਹੋਰ ਕੁਝ ਨਹੀਂ ਫਾਈਂਡ ਆਊਟ ਕਰਨਾ, ਤਾਂ ਆਹ ਤੁਹਾਡੇ ਕੋਲ ਇਕੁਏਸ਼ਨ ਆ ਜਾਏਗੀ। ਹੁਣ ਜਿਵੇਂ ਅਗਲਾ ਕੁਐਸਚਨ ਹੈਗਾ ਕਿ ਕੈਲਕੂਲੇਟ ਦਾ ਰਿਗਰੈਸ਼ਨ ਇਕੁਏਸ਼ਨ ਆਫ ਐਕਸ ਔਨ ਵਾਈ ਤੇ ਵਾਈ ਔਨ ਐਕਸ ਦੋਨੋਂ ਕੱਢਣੀ ਹੈਗੀਆਂ। ਤਾਂ ਆਪਾਂ ਨੂੰ ਐਕਸ ਤੇ ਵਾਈ ਜਿਹੜੀਆਂ ਹੈਗੀਆਂ ਗਿਵਨ ਹੈ, ਤਾਂ ਆਪਾਂ ਦੋਨੋਂ ਲਾਈਨਸ ਜਿਹੜੀਆਂ ਹੈਗੀਆਂ ਲੈ ਕੇ ਚੱਲਾਂਗੇ। ਰਿਗਰੈਸ਼ਨ ਇਕੁਏਸ਼ਨ ਆਫ ਵਾਈ ਔਨ ਐਕਸ ਹੈਗੀ ਵਾਈ ਇਜ਼ ਇਕੁਅਲ ਟੂ ਏ ਪਲਸ ਬੀ ਐਕਸ ਤੇ ਐਕਸ ਔਨ ਵਾਈ ਹੁੰਦੀ ਹੈ ਐਕਸ ਇਜ਼ ਇਕੁਅਲ ਟੂ ਏ ਡੈਸ਼ ਪਲਸ ਬੀ ਡੈਸ਼ ਵਾਈ ਹੁੰਦੀ ਹੈਗੀ। ਠੀਕ ਹੈ, ਤਾਂ ਦੋਨੋਂ ਲੈ ਕੇ ਚੱਲਾਂਗੇ, ਆਪਾਂ ਟੇਬਲ ਬਣਾ ਲਵਾਂਗੇ। ਇਹਨਾਂ ਦੋਨਾਂ ਦੀਆਂ ਨੋਰਮਲ ਇਕੁਏਸ਼ਨਸ ਜਿਹੜੀਆਂ ਹੈਗੀਆਂ ਉਹ ਦੋਨੋਂ ਲਿਖ ਲਈਆਂ, ਉਹਦੇ ਅਕੋਰਡਿੰਗ ਐਕਸ ਸਕੇਅਰ ਵਾਈ ਸਕੇਅਰ ਤੇ ਐਕਸ ਵਾਈ ਜਿਹੜਾ ਹੈਗਾ ਉਹ ਕੈਲਕੂਲੇਟ ਕਰ ਲਿਆ, ਸਭ ਦਾ ਪਲੱਸ ਕਰ ਦਿੱਤਾ ਤੇ ਸਾਰੀਆਂ ਜਿਹੜੀਆਂ ਵੈਲਿਊਜ਼ ਹੈ ਇਹਨਾਂ ਇਕੁਏਸ਼ਨਸ ਦੇ ਵਿੱਚ ਪੁੱਟ ਕਰ ਲਈਆਂ। ਠੀਕ ਹੈ, ਜਦੋਂ ਥਰਡ ਤੇ ਫੋਰਥ 'ਚ ਪੁੱਟ ਕੀਤਾ ਤਾਂ ਏ ਤੇ ਬੀ ਦੀ ਵੈਲਿਊ ਪਹਿਲਾਂ ਤੁਸੀਂ ਜਿਹੜੀ ਹੈਗੀ ਇਹਨੂੰ ਜਿਵੇਂ ਕਿ ਤੁਸੀਂ ਮਲਟੀਪਲਾਈ ਕਰਕੇ ਏ ਤੇ ਬੀ ਨੂੰ ਤੁਸੀਂ ਹੈਗਾ ਸੋਲਵ ਕਰਕੇ ਏ ਤੇ ਬੀ ਦੀਆਂ ਵੈਲਿਊਜ਼ ਆ ਗਈਆਂ, ਉਹਨੂੰ ਇਕੁਏਸ਼ਨ ਨੰਬਰ 1 'ਚ ਪੁੱਟ ਕਰ ਦਿੱਤਾ ਗਾ। ਫਿਰ ਤੁਸੀਂ ਇਹਨਾਂ ਦੋਨਾਂ ਦੇ ਵਿੱਚ ਵੈਲਿਊਜ਼ ਪੁੱਟ ਕਰਕੇ ਏ ਡੈਸ਼ ਤੇ ਬੀ ਡੈਸ਼ ਦੀਆਂ ਵੈਲਿਊਜ਼ ਕੈਲਕੂਲੇਟ ਕਰਕੇ ਤੁਹਾਡੇ ਕੋਲੇ ਦੂਸਰੀ ਵਾਈ ਔਨ ਐਕਸ ਤੇ ਐਕਸ ਔਨ ਵਾਈ ਦੋਨੋਂ ਵੈਲਿਊਜ਼ ਜਿਹੜੀਆਂ ਹੈਗੀਆਂ ਇਕੁਏਸ਼ਨ ਈਜ਼ੀਲੀ ਤੁਸੀਂ ਇਹ ਕੈਲਕੂਲੇਟ ਕਰ ਸਕਦੇ ਹੋ। ਤੇ 12.1 ਐਕਸਰਸਾਈਜ਼ ਬੇਟਾ ਇਹ ਤੁਸੀਂ ਕੱਢ ਕੇ ਦੇਖਣੀ ਹੈ, ਤੇ ਮੈਨੂੰ ਬੇਟਾ ਇਹ ਤੁਸੀਂ ਜਿਹੜੀ ਹੈਗੀ ਇਹਦੇ 5 ਸਵਾਲ ਹੈ ਤੇ 5 ਸਵਾਲ ਤੁਸੀਂ ਮੈਨੂੰ ਇਹ ਕੱਲ ਤੱਕ ਜਿਹੜਾ ਹੈਗਾ ਠੀਕ ਹੈ ਸੈਚਰਡੇ ਕੱਲ ਨੂੰ ਤੁਸੀਂ 2 ਵਜੇ ਤੱਕ ਤੁਸੀਂ ਮੈਨੂੰ ਇਹ 5 ਸਵਾਲ ਜਿਹੜੇ ਹੈਗੇ ਸੋਲਵ ਕਰਕੇ ਮੈਨੂੰ ਐਜ਼ ਏ ਅਸਾਈਨਮੈਂਟ ਤੁਸੀਂ ਮੈਨੂੰ ਮੋਬਾਈਲ 'ਤੇ ਭੇਜਣੇ ਹੈ। ਠੀਕ ਹੈ ਬੇਟਾ, PDF ਫਾਈਲ ਬਣਾ ਕੇ ਇਹ ਤੁਸੀਂ 5 ਸਵਾਲਾਂ ਦੀ ਮੈਨੂੰ ਬੇਟਾ ਸੈਂਡ ਕਰਨੀ ਹੈ। ਜਿਹੜੇ ਬੱਚੇ ਮੈਨੂੰ ਭੇਜਣਗੇ ਉਹਨਾਂ ਬੱਚਿਆਂ ਦੀ ਹੀ ਮੈਂ ਕਲਾਸ ਦੇ ਵਿੱਚ ਅਟੈਂਡੈਂਸ ਲਗਾਇਆ ਕਰੂੰਗੀ ਤੇ ਪਲੱਸ ਉਹਨਾਂ ਦੀ ਹੀ ਅਸੈਸਮੈਂਟ ਉਹਦੇ ਅਕੋਰਡਿੰਗ ਮੈਂ ਬੱਚੇ ਅੱਗੇ ਤੁਹਾਡੀ ਵਧੀਆ ਜਿਹੜੀ ਹੈਗੀ ਅਸੈਸਮੈਂਟ ਲੱਗਿਆ ਕਰੇਗੀ। ਤੇ ਇਸ ਤੁਸੀਂ ਤੁਹਾਨੂੰ ਨਾਲ ਦੀ ਨਾਲ ਹੋਮਵਰਕ ਦਊਂਗੇ, ਤੁਸੀਂ ਐਕਸਰਸਾਈਜ਼ ਸੋਲਵ ਕਰਕੇ ਮੈਨੂੰ ਤੁਸੀਂ ਐਜ਼ ਏ ਅਸਾਈਨਮੈਂਟ PDF ਫਾਈਲ ਜਿਹੜੀ ਹੈਗੀ ਹੈ ਸੈਂਡ ਕਰਨੀ ਹੈਗੀ ਗਰੁੱਪ ਦੇ ਵਿੱਚ। ਥੈਂਕ ਯੂ ਬੇਟਾ।